ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण कौर मान। ਖਬਰਾਂ ਦੇ ਬ੍ਰਿਟਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ एस्टेट ब्रोकर मोहन चीमा। ਰੀਅਲ एस्टेट ਦੀ ਦੁਨੀਆ 'ਚ ਮੰਨਿਆ ਪਰਮੰਨਿਆ ਨਾਮ ਪੇਸ਼ ਨੇ। ਪਹਿਲਾਂ ਚੁਣਵੀਆਂ ਖਬਰਾਂ। ਅਮਰੀਕਾ 'ਚ ਕਰੋਨਾ ਮਾਮਲਿਆਂ 'ਚ ਗਿਰਾਵਟ, ਯਾਤਰਾ ਪਾਬੰਦੀਆਂ 'ਚ ਮਿਲੇਗੀ ਛੋਟ। ਕਰੋਨਾ ਦੌਰ ਵਿੱਚ 에ਅਰ ਨਿਊਜ਼ੀਲੈਂਡ ਨੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ। ਵਾਈਡਨ ਵੱਲੋਂ ਮਹਾਵੀਰ ਜਯੰਤੀ ਦੀ ਵਧਾਈ। ਭਾਰਤ ਨੂੰ ਲਾਲ ਸੂਚੀ ਵਿੱਚ ਪਾਉਣ ਬਾਰੇ ਅਮਰੀਕੀ ਕਮਿਸ਼ਨ ਵਿੱਚ ਖਿੱਚੋਤਾਣ। ਨਿਊਯਾਰਕ ਵਿੱਚ 10 ਲੋਕਾਂ ਨੂੰ ਜ਼ਖਮੀ ਕਰਨ ਦੇ ਦੋਸ਼ ਵਿੱਚ 62 ਸਾਲਾ ਵਿਅਕਤੀ ਗ੍ਰਿਫਤਾਰ। ਅਮਰੀਕੀ ਫੌਜ ਵੱਲੋਂ 4 ਸਿੱਖਾਂ ਨੂੰ ਦਾੜੀ ਕੱਟਣ ਦੇ ਹੁਕਮ, ਕੀਤਾ ਗਿਆ ਅਦਾਲਤ ਦਾ ਰੁਖ। ਰੂਸੀ ਤੇਲ ਤੇ ਗੈਸ ਤੇ ਅਮਰੀਕੀ ਪਾਬੰਦੀਆਂ ਤੋਂ ਬਾਅਦ ਪੁਤਿਨ ਕਰਨਗੇ ਏਸ਼ੀਆ ਤੇ ਅਫਰੀਕਾ 'ਚ ਮਾਰਕੀਟਿੰਗ ਪਾਈਪਲਾਈਨਾਂ ਵਿਛਾਉਣ ਦੀਆਂ ਯੋਜਨਾਵਾਂ ਤੇ ਕੰਮ ਸ਼ੁਰੂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕੀ ਸਰਕਾਰ ਨੇ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਆਈ ਗਿਰਾਵਟ ਨੂੰ ਦੇਖਦੇ ਹੋਏ ਅਗਲੇ ਹਫ਼ਤੇ ਤੋਂ ਯਾਤਰਾ ਸੰਬੰਧੀ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਲਿਆ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇੱਕ ਮੀਡੀਆ ਨੋਟ ਵਿੱਚ ਇਹ ਜਾਣਕਾਰੀ ਦਿੱਤੀ। ਇਸ ਵਿੱਚ ਕਿਹਾ ਗਿਆ ਹੈ ਕਿ US ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕੋਵਿਡ-19 ਦੇ ਹੇਠਲੇ ਪੱਧਰ ਨੂੰ ਦਰਸਾਉਂਦੇ ਹੋਏ ਆਪਣੀ ਕੋਵਿਡ ਯਾਤਰਾ ਦੀ ਸਿਫਾਰਿਸ਼ ਵਿੱਚ ਸੋਧ ਕੀਤੀ ਹੈ। ਹਾਲਾਂਕਿ ਜੇਕਰ CDC ਕਿਸੇ ਦੇਸ਼ ਦੀ ਯਾਤਰਾ ਲਈ ਜ਼ੋਖਮ ਦੇ ਪੱਧਰ ਨੂੰ ਲੈਵਲ 4 ਤੱਕ ਵਧਾ ਦਿੰਦੀ ਹੈ ਤਾਂ ਸਟੇਟ ਡਿਪਾਰਟਮੈਂਟ ਨੂੰ ਵੀ ਯਾਤਰਾ ਸਲਾਹਕਾਰ ਨੂੰ ਲੈਵਲ 4 ਤੇ ਲਿਜਾਣਾ ਹੋਏਗਾ, ਯਾਨੀ ਕਿ ਕੋਰੋਨਾ ਕਾਰਨ ਯਾਤਰਾ ਤੇ ਪਾਬੰਦੀ। ਸਟੇਟ ਡਿਪਾਰਟਮੈਂਟ ਨੇ ਕਿਹਾ ਕਿ ਅਗਲੇ ਹਫ਼ਤੇ ਤੋਂ ਲੈਵਲ 4 ਦੇ ਟਰੈਵਲ ਐਡਵਾਈਜ਼ਰੀ 'ਚ ਕਰੀਬ 10% ਦੀ ਕਮੀ ਕੀਤੀ ਜਾਏਗੀ। ਇਸ ਵਿੱਚ ਨਾ ਕੇਵਲ ਕੋਵਿਡ-19 ਸਗੋਂ ਸਫ਼ਰ ਦੌਰਾਨ ਸਿਹਤ ਸੰਬੰਧੀ ਹੋਰ ਖਤਰਿਆਂ ਦਾ ਵੀ ਧਿਆਨ ਰੱਖਿਆ ਜਾਏਗਾ। ਸਾਨੂੰ ਯਕੀਨ ਹੈ ਕਿ ਇਹ ਨਵਾਂ ਅਪਡੇਟ ਅਮਰੀਕੀ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਯਾਤਰਾ ਦੀ ਸੁਰੱਖਿਆ ਬਾਰੇ ਬਿਹਤਰ ਫੈਸਲੇ ਲੈਣ ਵਿੱਚ ਮਦਦ ਕਰੇਗਾ। ਜਿਵੇਂ ਕਿ ਕੋਵਿਡ-19 ਸਥਿਤੀ ਵਿੱਚ ਸੁਧਾਰ ਹੋਇਆ ਹੈ ਪਰ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਵਿਦੇਸ਼ ਵਿਭਾਗ ਯਾਤਰੀਆਂ ਨੂੰ ਅੰਤਰਰਾਸ਼ਟਰੀ ਯਾਤਰਾ ਕਰਨ ਤੋਂ ਪਹਿਲਾਂ ਕੋਰੋਨਾ ਵਾਇਰਸ ਸਥਿਤੀ ਤੇ ਵਿਚਾਰ ਕਰਨ ਦੀ ਸਲਾਹ ਦਿੰਦਾ ਰਿਹਾ ਹੈ। 에ਅਰ ਨਿਊਜ਼ੀਲੈਂਡ ਨੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। 에ਅਰ ਨਿਊਜ਼ੀਲੈਂਡ ਨੇ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਕੋਵਿਡ-19 ਟੀਕਾਕਰਨ ਅਤੇ ਕੋਰੋਨਾ ਲਈ ਨਕਾਰਾਤਮਕ ਟੈਸਟ ਰਿਪੋਰਟ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ। 에ਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਗ੍ਰੇਗ ਫੌਰਨ ਨੇ ਕਿਹਾ ਕਿ ਜਿਵੇਂ ਕਿ ਨਿਊਜ਼ੀਲੈਂਡ ਵਿੱਚ ਓਮਿਕਰੌਨ ਦੇ ਕੇਸਾਂ 'ਚ ਕਮੀ ਆਈ ਹੈ ਅਤੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਿਯਮ ਵਿੱਚ ਢਿੱਲ ਦਿੱਤੀ ਗਈ ਹੈ, ਅਸੀਂ ਗਾਹਕਾਂ ਲਈ ਆਪਣੀਆਂ ਕੁਝ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿੱਚ ਢਿੱਲ ਦੇ ਰਹੇ ਹਾਂ। ਫੌਰਨ ਨੇ ਕਿਹਾ ਕਿ ਵੀਰਵਾਰ ਤੋਂ ਯਾਤਰੀਆਂ ਨੂੰ ਨਿਊਜ਼ੀਲੈਂਡ ਦੇ ਆਲੇ-ਦੁਆਲੇ ਉਡਾਣ ਭਰਨ ਲਈ ਟੀਕੇ ਜਾਂ ਕੋਰੋਨਾ ਦੀ ਨਕਾਰਾਤਮਕ ਜਾਂਚ ਰਿਪੋਰਟ ਦਿਖਾਉਣ ਦੀ ਲੋੜ ਨਹੀਂ ਹੋਏਗੀ। 1 ਮਈ ਤੋਂ 에ਅਰ ਨਿਊਜ਼ੀਲੈਂਡ ਅੰਤਰਰਾਸ਼ਟਰੀ ਉਡਾਣਾਂ ਲਈ ਨੋ ਜੌਬ ਨੋ ਫਲਾਈ ਨੀਤੀ ਨੂੰ ਵੀ ਖਤਮ ਕਰ ਦੇਗਾ। ਉਹਨਾਂ ਨੇ ਕਿਹਾ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਤੇ ਮਾਸਕ ਪਾਉਣਾ ਅਜੇ ਵੀ ਜ਼ਰੂਰੀ ਹੋਏਗਾ। ਮਹੱਤਵਪੂਰਨ ਗੱਲ ਇਹ ਹੈ ਕਿ 에ਅਰ ਨਿਊਜ਼ੀਲੈਂਡ ਸ਼ੁੱਕਰਵਾਰ ਤੋਂ ਆਪਣੀ ਖਾਣ-ਪੀਣ ਦੀ ਸੇਵਾ ਮੁੜ ਸ਼ੁਰੂ ਕਰੇਗੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮਹਾਵੀਰ ਜਯੰਤੀ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। ਪ੍ਰਥਮ ਮਹਿਲਾ ਜਿਲ ਬਾਈਡਨ ਅਤੇ ਖੁਦ ਰਾਸ਼ਟਰਪਤੀ ਨੇ ਟਵਿੱਟਰ ਤੇ ਜਾਰੀ ਕੀਤੇ ਵਧਾਈ ਸੰਦੇਸ਼ ਵਿੱਚ ਕਿਹਾ, ਇਹ ਸ਼ਾਂਤੀ, ਖੁਸ਼ੀ ਅਤੇ ਸਾਰਿਆਂ ਲਈ ਸਫਲਤਾ ਲਈ ਯਤਨਸ਼ੀਲ ਹੋਣ ਦਾ ਦਿਨ ਹੈ। ਬਾਈਡਨ ਨੇ ਲਿਖਿਆ, ਅਸੀਂ ਸਾਰੇ ਮਹਾਵੀਰ ਸੁਆਮੀ ਦੀਆਂ ਕਦਰਾਂ ਕੀਮਤਾਂ ਦੀ ਪਾਲਣਾ ਕਰਦੇ ਹਾਂ। ਭਾਰਤ ਦੇ ਵਿਦੇਸ਼ ਮੰਤਰੀ S ਜੈਸ਼ੰਕਰ ਅਤੇ ਉਹਨਾਂ ਦੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਦਰਮਿਆਨ ਇੱਕ ਦੂਜੇ ਦੇ ਮੁਲਕਾਂ ਵਿੱਚ ਮਨੁੱਖੀ ਅਧਿਕਾਰ ਦੀ ਸਥਿਤੀ ਬਾਰੇ ਹੋਈ ਬਹਿਸ ਦੇ ਨਾਲ ਹੀ ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਦੇ ਗਲਿਆਰਿਆਂ ਵਿੱਚ ਚੱਲ ਰਹੀ ਜੰਗ ਹੋਰ ਤੀਬਰ ਹੋ ਗਈ ਹੈ, ਕਿਉਂਕਿ ਕਮਿਸ਼ਨ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਜੋ ਅਮਰੀਕੀ ਵਿਦੇਸ਼ ਵਿਭਾਗ ਵਿੱਚ 25 ਅਪ੍ਰੈਲ ਨੂੰ ਜਮ੍ਹਾਂ ਕਰੇਗਾ। ਪਿਛਲੇ 2 ਸਾਲਾਂ ਤੋਂ USCIRF ਚਾਹੁੰਦਾ ਸੀ ਕਿ ਅਮਰੀਕਾ ਦਾ ਵਿਦੇਸ਼ ਵਿਭਾਗ ਭਾਰਤ ਨੂੰ ਖਾਸ ਚਿੰਤਾਜਨਕ ਸਥਿਤੀ ਵਾਲੇ ਦੇਸ਼ ਵਜੋਂ ਵਿਚਾਰੇ। ਇਸ ਨਾਲ ਭਾਰਤ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਕਰਨ ਵਾਲੇ ਚੀਨ, ਪਾਕਿਸਤਾਨ ਤੇ ਸਾਊਦੀ ਅਰਬ ਵਰਗੇ ਦੇਸ਼ਾਂ ਵਾਲੇ ਵਰਗ ਵੀ ਸ਼ਾਮਲ ਹੋ ਜਾਏਗਾ। ਦੋਵੇਂ ਵਾਰ ਅਮਰੀਕਾ ਦੇ 2 ਵੱਖ-ਵੱਖ ਪ੍ਰਸ਼ਾਸਨਾਂ ਨੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਖਾਰਜ ਕਰਦੇ ਹੋਏ ਭਾਰਤ ਨੂੰ ਲਾਲ ਸੂਚੀ ਵਿੱਚੋਂ ਬਾਹਰ ਰੱਖਿਆ ਸੀ। ਇਸ ਵਾਰ ਭਾਰਤ ਦੇ ਮੁੱਦੇ ਤੇ USCIRF ਅੰਦਰ ਚੱਲਦੀ ਜੰਗ ਪਹਿਲਾਂ ਨਾਲੋਂ ਵਧੇਰੇ ਤੀਬਰ ਹੈ। ਕਮਿਸ਼ਨ ਅੰਦਰਲੇ ਸੱਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਕਮਿਸ਼ਨਰ ਵੱਲੋਂ ਇਸ ਸੰਬੰਧੀ ਤਿਆਰ ਹੋ ਰਹੇ ਪ੍ਰਸਤਾਵ ਵਿੱਚ ਕਈ ਬਦਲਾਅ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ। USCIRF ਨੂੰ ਲਿਖੇ ਗਏ ਇੱਕ ਪੱਤਰ ਵਿੱਚ ਨਾਗਰਿਕ ਅਧਿਕਾਰਾਂ ਬਾਰੇ ਅਮਰੀਕਾ ਆਧਾਰਿਤ ਵੱਖ-ਵੱਖ ਸਮੂਹਾਂ ਨੇ ਵੀ ਕਮਿਸ਼ਨ ਨੂੰ ਕਮਿਸ਼ਨਰ ਵੱਲੋਂ ਪਾਏ ਜਾ ਰਹੇ ਦਬਾਅ ਦੇ ਨਾਲ ਖੜਨ ਲਈ ਕਿਹਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਸਪਸ਼ਟ ਹੈ ਕਿ ਘੱਟ ਗਿਣਤੀ ਦੇ ਜ਼ੁਲਮਾਂ ਬਾਰੇ ਭਾਰਤ ਦੀ ਅਸਲੀਅਤ ਨੂੰ ਛੁਪਾਉਣ ਲਈ ਹੁਣ ਲੌਬਿੰਗ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਜੋ
USCIRF ਨੂੰ ਲਗਾਤਾਰ ਤੀਜੇ ਸਾਲ ਭਾਰਤ ਨੂੰ ਖਾਸ ਚਿੰਤਾਜਨਕ ਸਥਿਤੀ ਵਾਲੇ ਦੇਸ਼ ਦੇ ਵਰਗ ਵਿੱਚ ਪਾਉਣ ਦੀ ਸਿਫਾਰਿਸ਼ ਕਰਨ ਤੋਂ ਰੋਕਿਆ ਜਾ ਸਕੇ। ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ, ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਵਿੱਚ USCIRF ਦੇ ਕਮਿਸ਼ਨਰ ਅਤੇ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਨਾ ਕਰਨ ਸੰਬੰਧੀ ਪ੍ਰਭਾਵਿਤ ਕਰਨਾ ਵੀ ਸ਼ਾਮਲ ਹੈ। ਬੁੱਧਵਾਰ ਨੂੰ ਜੈਸ਼ੰਕਰ ਨੇ ਬਲਿੰਕਨ ਦੇ ਇੱਕ ਦਿਨ ਪਹਿਲਾਂ ਦੀ ਟਿੱਪਣੀ ਦਾ ਖੰਡਨ ਕਰਨ ਲਈ ਵਾਸ਼ਿੰਗਟਨ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਇਸ ਸੰਬੰਧੀ ਸਰਕਾਰ ਦੀ ਇਹ ਕਹਿ ਕੇ ਆਲੋਚਨਾ ਕੀਤੀ ਸੀ ਕਿ ਬਲਿੰਕਨ ਦੀ ਟਿੱਪਣੀ ਦਾ ਮੌਕੇ ਤੇ ਹੀ ਖੰਡਨ ਕਿਉਂ ਨਹੀਂ ਕੀਤਾ ਗਿਆ। ਜੈਸ਼ੰਕਰ ਦਾ ਕਹਿਣਾ ਸੀ ਕਿ ਭਾਰਤ ਅਮਰੀਕਾ ਵਿਚਾਲੇ ਹੋਈ 2+2 ਮੰਤਰੀ ਪੱਧਰ ਦੀ ਗੱਲਬਾਤ ਦੌਰਾਨ ਮਨੁੱਖੀ ਅਧਿਕਾਰ ਚਰਚਾ ਦਾ ਵਿਸ਼ਾ ਨਹੀਂ ਸੀ। ਉਹਨਾਂ ਨੇ ਕਿਹਾ, ਜੇਕਰ ਲੋਕਾਂ ਨੂੰ ਭਾਰਤ ਬਾਰੇ ਆਪਣੇ ਵਿਚਾਰ ਪੇਸ਼ ਕਰਨ ਦਾ ਅਧਿਕਾਰ ਹੈ ਤਾਂ ਅਸੀਂ ਵੀ ਅਮਰੀਕਾ ਸਣੇ ਹੋਰ ਥਾਵਾਂ ਤੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਆਪਣੇ ਵਿਚਾਰ ਰੱਖਦੇ ਹਾਂ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਬਲਿੰਕਨ ਨੇ ਕਿਹਾ ਸੀ ਕਿ ਭਾਰਤ ਵਿੱਚ ਹੋ ਰਹੀਆਂ ਕੁਝ ਚਿੰਤਾਜਨਕ ਘਟਨਾਵਾਂ ਤੇ ਅਮਰੀਕਾ ਨਜ਼ਰ ਰੱਖ ਰਿਹਾ ਹੈ। ਇਨ੍ਹਾਂ ਘਟਨਾਵਾਂ ਵਿੱਚ ਕੁਝ ਸਰਕਾਰਾਂ, ਪੁਲਿਸ ਤੇ ਜੇਲ੍ਹ ਅਧਿਕਾਰੀਆਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੇ ਜਾਣ ਸੰਬੰਧੀ ਘਟਨਾਵਾਂ 'ਚ ਹੋ ਰਿਹਾ ਵਾਧਾ ਵੀ ਸ਼ਾਮਲ ਹੈ। ਨਿਊਯਾਰਕ ਪੁਲਿਸ ਨੇ ਬਰੁਕਲਿਨ ਦੇ ਇੱਕ ਸਬਵੇ ਸਟੇਸ਼ਨ ਤੇ 10 ਲੋਕਾਂ ਨੂੰ ਗੋਲੀ ਮਾਰਨ ਵਾਲੇ ਸ਼ੱਕੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਘਟਨਾ ਦੇ 24 ਘੰਟਿਆਂ ਦੇ ਅੰਦਰ ਹੋਈ ਹੈ। ਅਮਰੀਕੀ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ 62 ਸਾਲਾ ਫਰੈਂਕ ਜੇਮਸ ਦੀ ਪਛਾਣ ਇਸ ਘਟਨਾ ਦੇ ਸ਼ੱਕੀ ਵਜੋਂ ਕੀਤੀ ਸੀ। 2 ਪੁਲਿਸ ਅਧਿਕਾਰੀਆਂ ਨੇ ਉਸ ਨੂੰ ਮੈਨਹਟਨ 'ਚ ਇੱਕ ਦੀ ਗਲੀ ਤੇ ਦੇਖਿਆ ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਮੇਅਰ ਕੈਰੇ ਕੈਮਜ਼ ਨੇ ਗ੍ਰਿਫਤਾਰੀ ਦੀ ਘੋਸ਼ਣਾ ਕਰਦੇ ਹੋਏ ਨਿਊਜ਼ ਕਾਨਫਰੰਸ ਵਿੱਚ ਕਿਹਾ, ਮੇਰੇ ਸਾਥੀ ਨਿਊਯਾਰਕ ਸਾਨੂੰ ਉਹ ਮਿਲ ਗਿਆ ਹੈ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਕਮਿਸ਼ਨਰ ਕੀਚਨ ਸੇਵਿਲ ਨੇ ਕਿਹਾ ਕਿ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮੰਗਲਵਾਰ ਦੇ ਹਮਲੇ ਦਾ ਦੋਸ਼ ਲਗਾਇਆ ਜਾਏਗਾ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਫੁਟੇਜ ਵਿੱਚ ਜੇਮਸ ਵਰਗਾ ਵਿਅਕਤੀ ਹੱਥਕੜੀ ਨਾਲ ਪੁਲਿਸ ਦੀ ਕਾਰ ਵਿੱਚ ਬੈਠਾ ਦਿਖਾਈ ਦੇ ਰਿਹਾ ਹੈ। ਅਮਰੀਕਾ ਵਿੱਚ 4 ਸਿੱਖਾਂ ਨੇ ਦਾੜੀ ਰੱਖਣ ਤੋਂ ਇਨਕਾਰ ਕਰਨ ਤੇ ਮਰੀਨ ਕੋਰ ਖਿਲਾਫ ਅਦਾਲਤ ਦਾ ਰੁਖ ਕੀਤਾ ਹੈ। ਇਨ੍ਹਾਂ ਵਿੱਚ ਇੱਕ ਮਰੀਨ ਕੋਰ ਵਿੱਚ ਕੈਪਟਨ ਸੁਖਵੀਰ ਸਿੰਘ ਤੂਰ ਵੀ ਸ਼ਾਮਲ ਹੈ, ਜਿਸ ਨੇ ਪਿਛਲੇ 1 ਸਾਲ ਤੋਂ ਦਾੜੀ ਅਤੇ ਪੱਗ ਬੰਨ੍ਹਣ ਦੀ ਮੁਹਿੰਮ ਚਲਾਈ ਸੀ, ਜਿਸ ਤੋਂ ਬਾਅਦ ਮਰੀਨ ਕੋਰ ਨੇ ਉਹਨਾਂ ਨੂੰ ਅਜਿਹਾ ਕਰਨ ਦੀ ਆਗਿਆ ਦਿੱਤੀ ਸੀ। ਹਾਲਾਂਕਿ ਹਾਲ ਹੀ ਵਿੱਚ ਮਰੀਨ ਕੋਰ ਨੇ ਤੂਰ ਸਮੇਤ ਕਿਸੇ ਵੀ ਸਿੱਖ ਨੂੰ ਲੜਾਈ ਦੇ ਮੋਰਚੇ ਤੇ ਤਾਇਨਾਤੀ ਜਾਂ ਬੂਟ ਕੈਂਪ ਦੌਰਾਨ ਦਾੜੀ ਰੱਖਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਰੀਨ ਕੋਰ ਨੇ ਕਿਹਾ ਕਿ ਦਾੜੀ ਕੋਰ ਦੇ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਜਾਨ ਨੂੰ ਵਧੇਰੇ ਖਤਰੇ ਵਿੱਚ ਪਾਉਂਦੀ ਹੈ। ਸੋਮਵਾਰ ਨੂੰ ਤੂਰ ਅਤੇ 3 ਹੋਰ ਸਿੱਖਾਂ ਨੇ ਕੋਲੰਬੀਆ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਮਰੀਨ ਕੋਰ ਦੇ ਖਿਲਾਫ ਕੇਸ ਦਾਇਰ ਕੀਤਾ। ਉਹਨਾਂ ਨੇ ਕਿਹਾ ਕਿ ਕੋਰ ਦੁਆਰਾ ਧਾਰਮਿਕ ਛੋਟ ਦੇਣ ਤੋਂ ਇਨਕਾਰ ਮਨਮਾਨੀ ਅਤੇ ਪੱਖਪਾਤੀ ਹੈ ਅਤੇ ਧਰਮ ਦੀ ਮੁਕਤ ਪਾਲਣਾ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਹੈ। ਤੂਰ ਨਾਲ ਮਿਲ ਕੇ ਮੁਕੱਦਮਾ ਦਾਇਰ ਕਰਨ ਵਾਲੇ 3 ਸਿੱਖਾਂ ਦਾ ਕਹਿਣਾ ਹੈ ਕਿ ਬੂਟ ਕੈਂਪ ਦੌਰਾਨ ਉਹਨਾਂ ਨੂੰ ਦਾੜੀ ਕੱਟਣ ਲਈ ਕਿਹਾ ਗਿਆ ਸੀ। US ਮਰੀਨ ਨੂੰ ਬੂਟ ਕੈਂਪ ਵਿੱਚ ਮੁੱਢਲੀ ਸਿਖਲਾਈ ਦਿੱਤੀ ਜਾਂਦੀ ਹੈ। यूरोपी देशों ਨੂੰ 40% गैस ਤੇ 25% तेल ਦੀ सप्लाई ਕਰਨ ਵਾਲੇ रूसी राष्ट्रपति व्लादिमीर पुतिन ने कहा कि हुण ਉਹ पूरब ਨੂੰ ਆਪਣਾ ਬਾਜ਼ਾਰ ਬਣਾਉਣਗੇ। इस दे लई नवी पाइपलाइन बिछाउण दी योजना ते काम शुरू हो गया। इन्हां राहीं गैस ते तेल दी सप्लाई की जाएगी। पुतिन ने उच्च पद्धरी बैठक तो बाद टैलीविजन ते कहा कि वो गैर दोस्ताना देशों नाल व्यापार नहीं करना चाहते। रूस दुनिया के तेल उत्पादन का 10% ते अपनी गैस का 20% सप्लाई करता है। एशियाई देशों नूं अपने बुनियादी ढांचे के विकास लई तेल ते गैस की बहुत लोड़ है। इसी तरह अफ्रीका ते लातीनी अमरीकी देश भी उन्हां लई वड्डे बाजार हो सकते हैं। गौरतलब है कि ब्रिटेन ते यूरोपी संघ के 27 देशों ने भी रूस के तेल गैस ते कोले ते अमरीकी पाबंदियों का समर्थन किया है। रूसी तेल ते गैस ते निर्भर यूरोपीयन देशों ने भी इस साल के अंत तक रूस तो खरीददारी बंद करने का ऐलान किया है। 24 फरवरी तो रूसी हमलिਆਂ कारण यूक्रेन तो 4.6 मिलियन तो वध लोगों ਨੂੰ ਬਾਹਰ ਕੱਢਿਆ ਗਿਆ ਹੈ। ਇਸ ਦੇ ਜਵਾਬ ਵਿੱਚ ਪੱਛਮੀ ਦੇਸ਼ਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਕਾਰਨ 600 ਤੋਂ ਵੱਧ ਵਿਦੇਸ਼ੀ ਕੰਪਨੀਆਂ ਰੂਸ ਛੱਡ ਗਈਆਂ ਨੇ। ਇਸ ਕਾਰਨ ਰੂਸ ਵਿੱਚ ਲਗਭਗ 10 ਲੱਖ ਨੌਕਰੀਆਂ ਖਤਮ ਹੋ ਗਈਆਂ ਨੇ। ਵਿਸ਼ਵ ਬੈਂਕ ਦੇ ਅੰਦਾਜ਼ੇ ਅਨੁਸਾਰ ਰੂਸ ਵਿੱਚ ਲਗਭਗ 26 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਣਗੇ। फाइजर कंपनी ने वीरवार ਨੂੰ ਕਿਹਾ ਕਿ ਉਹ 5 ਤੋਂ 11 ਸਾਲ ਦੇ ਸਿਹਤਮੰਦ ਬੱਚਿਆਂ ਨੂੰ ਕੋਰੋਨਾ ਰੋਕੂ ਟੀਕੇ ਦੀ ਬੂਸਟਰ ਖੁਰਾਕ ਦਿੱਤੇ ਜਾਣ ਦੇ ਪੱਖ ਵਿੱਚ ਹੈ। ਅਮਰੀਕੀ ਸਿਹਤ ਅਧਿਕਾਰੀ ਪਹਿਲਾਂ ਤੋਂ ਹੀ 12 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਵਾਇਰਸ ਤੇ ਨਵੇਂ ਵੈਰੀਐਂਟਾਂ ਵਿਰੁੱਧ ਸਭ ਤੋਂ ਵਧੀਆ ਸੁਰੱਖਿਆ ਲਈ ਟੀਕੇ ਦੀ ਇੱਕ ਬੂਸਟਰ ਖੁਰਾਕ ਪ੍ਰਾਪਤ ਕਰਨ ਦੀ ਅਪੀਲ ਕਰ ਰਹੇ ਨੇ। ਉਹਨਾਂ ਨੇ ਹਾਲ 'ਚ 50 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਦੂਜੀ ਬੂਸਟਰ ਖੁਰਾਕ ਦਾ ਵਿਕਲਪ ਦਿੱਤਾ ਹੈ। ਹੁਣ ਫਾਈਜ਼ਰ ਨੇ ਕਿਹਾ ਕਿ ਨਵੇਂ ਅੰਕੜੇ ਦਿਖਾਉਂਦੇ ਨੇ ਕਿ 5 ਤੋਂ 11 ਸਾਲ ਦੇ ਸਿਹਤਮੰਦ ਬੱਚੇ ਇੱਕ ਹੋਰ ਖੁਰਾਕ ਨਾਲ
ਲਾਭ ਲੈ ਸਕਦੇ ਨੇ। ਫਾਈਜ਼ਰ ਅਤੇ ਉਸ ਦੀ ਸਾਂਝੇਦਾਰ ਬਾਇਓਟੈਕ ਨੇ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਇੱਕ ਛੋਟੇ ਅਧਿਐਨ 'ਚੋਂ 2 ਖੁਰਾਕ ਲਵਾ ਚੁੱਕੇ 140 ਬੱਚਿਆਂ ਨੂੰ 6 ਮਹੀਨਿਆਂ ਦੇ ਅੰਤਰਾਲ ਵਿੱਚ ਬੂਸਟਰ ਖੁਰਾਕ ਦਿੱਤੀ ਗਈ ਅਤੇ ਖੋਜਕਰਤਾਵਾਂ ਨੇ ਪਾਇਆ ਕਿ ਅੰਦਰੂਨੀ ਖੁਰਾਕ ਨੇ ਬੱਚਿਆਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਦਿੱਤਾ ਹੈ। ਅਮਰੀਕੀ ਖੁਰਾਕ ਤੇ ਔਸ਼ਧੀ ਪ੍ਰਸ਼ਾਸਨ ਨੇ ਭਾਰਤ ਬਾਇਓਟੈਕ ਤੇ ਕੋਵਿਡ-19 ਰੋਕੂ ਟੀਕੇ ਕੋਵੈਕਸਿਨ ਦੇ ਦੂਜੇ ਅਤੇ ਤੀਜੇ ਪੜਾਅ ਦੇ ਕਲੀਨਿਕਲ ਪ੍ਰੀਖਣ ਤੇ ਰੋਕ ਲਗਾ ਦਿੱਤੀ ਹੈ। ਓਕੂਜ਼ੇਨ ਇੰਕ ਦੇ ਪ੍ਰੈਸ ਬਿਆਨ ਮੁਤਾਬਕ FDA ਦਾ ਫੈਸਲਾ ਟੀਕੇ ਦੀ ਪ੍ਰੀਖਣ ਵਿੱਚ ਸ਼ਾਮਲ ਮੁਕਾਬਲੇਬਾਜ਼ਾਂ ਨੂੰ ਵੈਕਸੀਨ ਦੇਣ ਵਿੱਚ ਸਵੈ ਇੱਛਕ ਰੂਪ ਨਾਲ ਅਸਥਾਈ ਰੋਕ ਲਾਉਣ ਦੇ ਅਮਰੀਕੀ ਕੰਪਨੀ ਦੇ ਫੈਸਲੇ ਤੇ ਆਧਾਰਿਤ ਹੈ। ਅਮਰੀਕੀ ਕੰਪਨੀ ਨੇ ਭਾਰਤ ਵਿੱਚ ਕੋਵੈਕਸਿਨ ਵਿਨਿਰਮਾਣ ਪਲਾਂਟਾਂ ਤੇ ਵਿਸ਼ਵ ਸਿਹਤ ਸੰਗਠਨ ਦੀ ਟਿੱਪਣੀ ਤੋਂ ਬਾਅਦ ਮੁਕਾਬਲੇਬਾਜ਼ਾਂ ਨੂੰ ਵੈਕਸੀਨ ਦੇਣ ਤੋਂ ਰੋਕ ਲਾਉਣ ਦਾ ਫੈਸਲਾ ਕੀਤਾ ਸੀ। ਓਕੂਜ਼ੇਨ ਇੱਕ ਅਮਰੀਕਾ ਅਤੇ ਕੈਨੇਡਾ ਵਿੱਚ ਕੋਵੈਕਸਿਨ ਲਈ ਭਾਰਤ ਬਾਇਓਟੈਕ ਦੀ ਭਾਈਵਾਲ ਕੰਪਨੀ ਹੈ। ਓਕੂਜ਼ੇਨ ਨੇ ਕਿਹਾ ਕੰਪਨੀ ਨੇ ਮੁਕਾਬਲੇਬਾਜ਼ਾਂ ਨੂੰ ਟੀਕਾ ਦੇਣ ਤੇ ਅਸਥਾਈ ਰੋਕ ਲਗਾਉਣ ਦਾ ਫੈਸਲਾ ਲਿਆ ਹੈ। ਉਹ ਖੁਦ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੇ ਗਏ ਬਿਆਨਾਂ ਦਾ ਮੁਲਾਂਕਣ ਕਰ ਰਹੀ ਹੈ। ਇਸ ਤੋਂ ਪਹਿਲਾਂ WHO ਨੇ ਅਮਰੀਕੀ ਖਰੀਦ ਏਜੰਸੀਆਂ ਦੇ ਮਾਧਿਅਮ ਨਾਲ ਕੋਵੈਕਸਿਨ ਦੀ ਸਪਲਾਈ ਨੂੰ ਰੱਦ ਕਰ ਦਿੱਤਾ ਸੀ। ਉਸ ਦਾ ਕਹਿਣਾ ਸੀ ਕਿ ਉਸ ਦੇ ਨਿਰੀਖਕਾਂ ਨੇ ਭਾਰਤ ਬਾਇਓਟੈਕ ਦੇ ਪਲਾਂਟਾਂ ਵਿੱਚ GMP ਵਿੱਚ ਕਮੀਆਂ ਦਾ ਪਤਾ ਲਗਾਇਆ ਹੈ। ਸੂਤਰਾਂ ਮੁਤਾਬਕ ਭਾਰਤ ਬਾਇਓਟੈਕ ਦਾ ਕਹਿਣਾ ਹੈ ਕਿ ਉਸਨੇ ਸੰਯੁਕਤ ਰਾਸ਼ਟਰ ਦੀ ਕਿਸੇ ਏਜੰਸੀ ਨੂੰ ਟੀਕੇ ਦੀ ਸਪਲਾਈ ਨਹੀਂ ਕੀਤੀ ਹੈ। ਕਿਸੇ ਸਵਾਲ ਦਾ ਹੱਲ ਕਰਨ ਲਈ ਕੰਪਨੀ FDA ਨਾਲ ਮਿਲ ਕੇ ਕੰਮ ਕਰੇਗੀ। ਰਿਪਬਲਿਕਨ ਪਾਰਟੀ ਦੇ ਪ੍ਰਭਾਵਸ਼ਾਲੀ ਨੇਤਾ ਤੇ ਸੈਨੇਟਰ ਰੋਜਰ ਵਿਕਰ ਨੇ ਕਿਹਾ ਕਿ ਅਮਰੀਕਾ ਨੂੰ ਭਾਰਤ ਦੀਆਂ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਰੂਸ ਤੇ ਉਸ ਦੀ ਨਿਰਭਰਤਾ ਨੂੰ ਘੱਟ ਕੀਤਾ ਜਾ ਸਕੇ। ਇਹ ਜਾਣਕਾਰੀ ਭਾਰਤੀ ਮੂਲ ਦੇ ਇੱਕ ਪ੍ਰਭਾਵਸ਼ਾਲੀ ਨੇਤਾ ਨੇ ਦਿੱਤੀ। ਇੰਡੀਅਨ ਅਮਰੀਕਨ ਫੋਰਮ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਸੰਪੰਤ ਸ਼ਿਵਾਂਗੀ ਨੇ ਬੁੱਧਵਾਰ ਨੂੰ ਨਾਸ਼ਤੇ ਦੌਰਾਨ ਮਿਸੀਸੀਪੀ ਦੇ ਰਿਪਬਲਿਕਨ ਸੈਨੇਟਰ ਵਿਕਰਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਯੂਕਰੇਨ ਯੁੱਧ ਤੋਂ ਬਾਅਦ ਦੁਨੀਆ ਦੀ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਸ਼ਿਵਾਂਗੀ ਨੇ ਕਿਹਾ ਭਾਰਤ ਇੱਕ ਵੱਡਾ ਮੌਕਾ ਹੈ। ਸੈਨੇਟਰ ਵਿਕਰ ਭਾਰਤ ਦੇ ਚੰਗੇ ਦੋਸਤ ਨੇ ਤੇ ਉਹ ਭਾਰਤ ਦੀਆਂ ਰੱਖਿਆ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਕਰ ਸਕਦੇ ਨੇ। ਉਹ ਰੂਸ ਨਾਲੋਂ ਬਿਹਤਰ ਤਕਨੀਕ ਵਾਲੇ ਹਥਿਆਰ ਮੁਹੱਈਆ ਕਰਵਾ ਸਕਦੇ ਨੇ। ਹਾਲਾਂਕਿ ਰੂਸ ਲੰਬੇ ਸਮੇਂ ਤੋਂ ਭਾਰਤ ਦਾ ਮਹੱਤਵਪੂਰਨ ਰੱਖਿਆ ਭਾਈਵਾਲ ਰਿਹਾ ਹੈ। ਭਾਰਤ ਨੂੰ ਵਿਕਰਾਂ ਨੂੰ ਸੱਦਾ ਦੇਣਾ ਚਾਹੀਦਾ ਹੈ। ਉਹ ਭਾਰਤ ਦੇ ਰੱਖਿਆ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਸਿੱਧੀ ਗੱਲਬਾਤ ਕਰਨ ਦਾ ਇੱਛੁਕ ਹੈ। ਕੈਲੀਫੋਰਨੀਆ ਜਿਸ ਨੂੰ ਉਤਪਾਦਨ ਦਾ ਹੱਬ ਮੰਨਿਆ ਜਾਂਦਾ ਹੈ, ਇੱਥੋਂ ਦੇ ਚੇਲਰ ਫਾਰਮ ਦੇ ਕੂਲਰ 'ਚ ਬੁੱਧਵਾਰ ਰਾਤੀ ਭਿਆਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ। ਇਸ ਇਲਾਕੇ ਦੇ ਲੋਕਾਂ ਨੂੰ ਪ੍ਰਸ਼ਾਸਨ ਨੇ ਚੌਕਸੀ ਦੇ ਤੌਰ ਤੇ ਇਲਾਕਾ ਖਾਲੀ ਕਰਨ ਲਈ ਕਿਹਾ ਹੈ ਅਤੇ ਲੋਕਾਂ ਦੇ ਠਹਿਰਾਅ ਲਈ ਆਰਜ਼ੀ ਤੌਰ ਤੇ ਸ਼ੈਲਟਰ ਤਿਆਰ ਕੀਤੇ ਗਏ ਨੇ। ਇਸ ਤਰ੍ਹਾਂ ਦੇ ਕੂਲਰਾਂ 'ਚ ਅਮੋਨੀਆ ਗੈਸ ਵਰਤੀ ਜਾਂਦੀ ਹੈ ਅਤੇ ਜੇਕਰ ਇਹ ਲੀਕ ਹੋ ਜਾਵੇ ਤਾਂ ਆਮ ਜਨਜੀਵਨ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ। ਇਸੇ ਤਰ੍ਹਾਂ ਕਿ ਕਿਸੇ ਚੀਜ਼ ਦੇ ਧਮਾਕੇ ਕਾਰਨ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ। ਆਲੇ ਦੁਆਲੇ ਦੇ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ। 1 ਮੀਲ ਦੇ ਚੁਗਿਰਦੇ ਵਿੱਚ 101 ਫ੍ਰੀਵੇ ਦੀ ਦੋਵੇਂ ਸਾਈਡਾਂ ਤੋਂ ਬੰਦ ਕਰ ਦਿੱਤਾ ਗਿਆ ਹੈ। ਅੱਗ ਬੁਝਾਉਣ ਲਈ ਤਕਰੀਬਨ 22 ਫਾਇਰ ਇੰਜਣਾਂ ਨੇ ਜਦੋਜਹਿਦ ਕੀਤੀ। ਇੱਥੇ ਰੋਜ਼ਾਨਾ ਸੈਂਕੜੇ ਉਤਪਾਦਨ ਦੇ ਟਰੱਕ ਲੱਦੇ ਜਾਂਦੇ ਸਨ। ਟਰੱਕਿੰਗ ਇੰਡਸਟਰੀ ਪਹਿਲਾਂ ਹੀ ਮੰਦੇ ਚੋਂ ਗੁਜ਼ਰ ਰਹੀ ਹੈ। ਇਸ ਘਟਨਾ ਕਾਰਨ ਟਰੱਕਿੰਗ ਨੂੰ ਹੋਰ ਵੀ ਧੱਕਾ ਲੱਗੇਗਾ। ਅੱਗ ਲੱਗਣ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਰਿਪਬਲਿਕਨ ਨੇਤਾ ਲਿੰਡਸੇ ਗ੍ਰਾਹਮ ਦੀ ਅਗਵਾਈ ਵਿੱਚ 6 ਅਮਰੀਕੀ ਸੰਸਦ ਮੈਂਬਰਾਂ ਦਾ ਇੱਕ ਵਫ਼ਦ 2 ਦਿਨੀ ਯਾਤਰਾ ਤੇ ਵੀਰਵਾਰ ਨੂੰ ਤਾਇਵਾਨ ਪਹੁੰਚਿਆ। ਚੀਨ ਪਹਿਲਾਂ ਹੀ ਇਸ ਯਾਤਰਾ ਦੀ ਨਿੰਦਾ ਕਰ ਚੁੱਕਿਆ ਹੈ। ਅਮਰੀਕੀ ਸੰਸਦ ਮੈਂਬਰਾਂ ਦਾ ਤਾਇਵਾਨ ਦੀ ਰਾਸ਼ਟਰੀ ਤਸਾਈ ਇੰਗ ਵੇਨ ਅਤੇ ਰੱਖਿਆ ਮੰਤਰੀ ਨਾਲ ਮਿਲਣ ਦਾ ਪ੍ਰੋਗਰਾਮ ਹੈ। ਤਾਇਵਾਨ ਦੇ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਕਰੇਨ ਦੀ ਗੰਭੀਰ ਸਥਿਤੀ ਦਰਮਿਆਨ ਇਹ ਯਾਤਰਾ ਤਾਇਵਾਨ ਦੇ ਪ੍ਰਤੀ ਅਮਰੀਕਾ ਦੇ ਠੋਸ ਸਮਰਥਨ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਹੈ। ਦੱਖਣੀ ਕੈਰੋਲੀਨਾ ਦੇ ਨੇਤਾ ਗ੍ਰਾਹਮ ਨਾਲ ਇਸ ਵਫ਼ਦ ਵਿੱਚ ਸੈਨੇਟਰ ਰਾਬਰਟ ਮੇਨ, ਸੈਨੇਟਰ ਰਿਚਰਡ ਬਰਰ, ਸੈਨੇਟਰ ਰਾਬਰਟ ਪੋਰਟਮੈਨ ਆਦਿ ਸ਼ਾਮਲ ਸਨ। ਇਸ ਯਾਤਰਾ ਤੋਂ ਪਹਿਲਾਂ ਪਿਛਲੇ ਹਫ਼ਤੇ ਐਲਾਨ ਕੀਤਾ ਗਿਆ ਸੀ ਕਿ ਅਮਰੀਕੀ ਵਫ਼ਦ ਸਭਾ ਦੀ ਪ੍ਰਧਾਨ ਨੈਂਸੀ ਪੈਲੋਸੀ ਤਾਇਵਾਨ ਦੀ ਯਾਤਰਾ ਕਰੇਗੀ, ਪਰ ਪੈਲੋਸੀ ਕੋਰੋਨਾ ਨਾਲ ਇਨਫੈਕਟਡ ਹੋ ਗਏ ਅਤੇ ਉਹਨਾਂ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ। ਬੀਜਿੰਗ ਵਿੱਚ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਚਾਓ ਲਿਜਾਨ ਨੇ ਵੀਰਵਾਰ ਨੂੰ ਇਹ ਕਹਿੰਦੇ ਹੋਏ ਯਾਤਰਾ ਦੀ ਨਿੰਦਾ ਕੀਤੀ ਹੈ ਕਿ ਚੀਨ ਅਮਰੀਕਾ ਅਤੇ ਤਾਇਵਾਨ ਦਰਮਿਆਨ ਕਿਸੇ ਵੀ ਤਰ੍ਹਾਂ ਦੇ ਅਧਿਕਾਰਤ ਆਦਾਨ ਪ੍ਰਦਾਨ ਵਿਰੁੱਧ ਹੈ। ਪੋਲੈਂਡ ਵਿੱਚ ਯੂਕਰੇਨੀ ਸ਼ਰਨਾਰਥੀਆਂ ਦੀ ਦੇਖਭਾਲ, ਤਾਲਮੇਲ ਅਤੇ ਮੁੜ ਵਸੇਵੇ ਵਿੱਚ ਮਦਦ ਲਈ ਕੈਨੇਡਾ ਆਪਣੀ ਫੌਜ ਭੇਜ ਰਿਹਾ ਹੈ। ਕੈਨੇਡੀਅਨ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਐਲਾਨ ਕੀਤਾ ਕਿ ਵੀਰਵਾਰ ਨੂੰ ਪੋਲੈਂਡ ਵਿੱਚ 150 ਫੌਜੀ ਤਾਇਨਾਤ ਕੀਤੇ ਜਾਣਗੇ। 24 ਫਰਵਰੀ ਨੂੰ ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ 26 ਲੱਖ ਤੋਂ ਵੱਧ ਯੂਕਰੇਨੀ
ਪੋਲੈਂਡ ਵਿੱਚ ਸ਼ਰਨ ਲੈ ਚੁੱਕੇ ਨੇ, ਜਦੋਂ ਕਿ 20 ਲੱਖ ਤੋਂ ਵੱਧ ਹੋਰ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਨੇ। ਆਨੰਦ ਨੇ ਕਿਹਾ ਕਿ ਜ਼ਿਆਦਾਤਰ ਸੈਨਿਕਾਂ ਨੂੰ ਯੂਕਰੇਨੀ ਸ਼ਰਨਾਰਥੀਆਂ ਦੀ ਦੇਖਭਾਲ ਅਤੇ ਰਜਿਸਟ੍ਰੇਸ਼ਨ ਵਿੱਚ ਮਦਦ ਕਰਨ ਲਈ ਪੋਲੈਂਡ ਵਿੱਚ ਰਿਸੈਪਸ਼ਨ ਕੇਂਦਰਾਂ ਵਿੱਚ ਤਾਇਨਾਤ ਕੀਤਾ ਜਾਏਗਾ। ਅੰਤਰਰਾਸ਼ਟਰੀ ਮਾਨਵਤਾਵਾਦੀ ਸਹਾਇਤਾ ਯਤਨਾਂ ਦੇ ਤਾਲਮੇਲ ਵਿੱਚ ਮਦਦ ਲਈ ਇੱਕ ਸਮੂਹ ਵੀ ਭੇਜਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਮੁਖੀ ਡੇਵਿਡ ਬੀਸਲੇ ਨੇ ਕਿਹਾ ਕਿ ਰੂਸੀ ਫੌਜਾਂ ਨਾਲ ਘਿਰੇ ਬੰਦਰਗਾਹ ਸ਼ਹਿਰ ਮਾਰੀਓਪੋਲ ਵਿੱਚ ਯੂਕਰੇਨ ਵਿੱਚ ਲੋਕ ਭੁੱਖ ਨਾਲ ਮਰ ਰਹੇ ਨੇ। ਆਉਣ ਵਾਲੇ ਹਫ਼ਤਿਆਂ ਵਿੱਚ ਹਮਲਾ ਹੋਰ ਤੇਜ਼ ਹੋ ਸਕਦਾ ਹੈ। ਕੀਵ ਵਿੱਚ ਐਸੋਸੀਏਟਿਡ ਪ੍ਰੈਸ ਨਾਲ ਇੱਕ ਇੰਟਰਵਿਊ ਵਿੱਚ ਬੀਸਲ ਨੇ ਕਿਹਾ ਕਿ ਯੂਕਰੇਨ ਤੇ ਰੂਸ ਦਾ ਹਮਲਾ ਇਸ ਦੀਆਂ ਸਰਹੱਦਾਂ ਨੂੰ ਅਸਥਿਰ ਕਰ ਸਕਦਾ ਹੈ ਅਤੇ ਬਿਹਤਰ ਜੀਵਨ ਦੀ ਭਾਲ ਵਿੱਚ ਦੂਜੇ ਦੇਸ਼ਾਂ ਵਿੱਚ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਕਰ ਸਕਦਾ ਹੈ। ਦੱਖਣੀ ਅਫਰੀਕਾ ਦੇ ਡਰਬਨ ਸ਼ਹਿਰ ਅਤੇ ਪੂਰਬੀ ਕਵਾਜ਼ੁਲੂ ਨਾਤਾਲ ਸੂਬੇ ਵਿੱਚ ਮੌਲੇ ਧਾਰਮੀ ਅਤੇ ਹੜ੍ਹ ਦੀ ਲਪੇਟ ਵਿੱਚ ਆ ਕੇ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 341 ਪਹੁੰਚ ਗਈ ਹੈ। ਸਥਾਨਕ ਮੀਡੀਆ ਨੇ ਆਪਣੀ ਰਿਪੋਰਟ ਵਿੱਚ ਇਸ ਦੀ ਜਾਣਕਾਰੀ ਦਿੱਤੀ ਹੈ। ENCA ਪ੍ਰਸਾਰਣਕਰਤਾ ਨੇ ਕਿਹਾ ਕਿ ਬੁੱਧਵਾਰ ਨੂੰ ਇੱਥੇ ਹੜ੍ਹ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਇਸ ਨੂੰ ਆਫਤ ਖੇਤਰ ਘੋਸ਼ਿਤ ਕੀਤਾ, ਜਿੱਥੇ ਸੈਂਕੜੇ ਮੌਤਾਂ ਹੋ ਚੁੱਕੀਆਂ ਨੇ। ਮੀਡੀਆ ਨੇ ਪਹਿਲਾਂ 306 ਮੌਤਾਂ ਹੋਣ ਦੀ ਸੂਚਨਾ ਦਿੱਤੀ ਸੀ, ਜੋ ਹੁਣ ਵੱਧ ਕੇ 341 ਤੱਕ ਪਹੁੰਚ ਗਈ ਹੈ। ਦੱਖਣੀ ਅਫਰੀਕਾ ਵਿੱਚ ਕਵਾਜ਼ੁਲੂ ਨਾਤਾਲ ਸੂਬੇ ਦੇ ਮੁਖੀ ਸੇਲੇ ਜ਼ਿਕਲਾਲਾ ਨੇ ਕਿਹਾ ਕਿ ਇਸ ਕੁਦਰਤੀ ਆਫਤ ਵਿੱਚ 40,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਕਵਾਜ਼ੁਲੂ ਨਾਤਾਲ ਵਿੱਚ ਸੋਮਵਾਰ ਰਾਤ ਤੇ ਮੌਲੇ ਧਾਰਮੀ ਜਾਰੀ ਹੈ ਅਤੇ ਇਸ ਨਾਲ ਆਏ ਹੜ੍ਹ ਦੀ ਵਜ੍ਹਾ ਨਾਲ ਇੱਥੇ ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਅਮਰੀਕਾ ਨੇ ਸ਼ਾਹਬਾਜ਼ ਸ਼ਰੀਫ ਨੂੰ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਦੋਵੇਂ ਦੇਸ਼ਾਂ ਵਿਚਾਲੇ ਸੰਬੰਧਾਂ ਦੀ ਕਦਰ ਕਰਦਾ ਹੈ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ ਨੂੰ ਜਾਰੀ ਰੱਖਣ ਦਾ ਇੱਛੁਕ ਹੈ। ਵਾਸ਼ਿੰਗਟਨ ਦੇ ਇਸ ਬਿਆਨ ਨੂੰ ਪਾਕਿਸਤਾਨ ਦੇ ਨਵੇਂ ਸ਼ਾਸਨ ਨਾਲ ਸੰਬੰਧ ਸੁਧਾਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਤੇ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਲੱਗ ਰਹੇ ਨੇ। ਹਥਿਆਰ ਦਾ ਬਾਜ਼ਾਰ ਵੱਧ ਫੁੱਲ ਰਿਹਾ ਹੈ ਤੇ ਜਿਨ੍ਹਾਂ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ ਉਹਨਾਂ ਦਾ ਇਸਤੇਮਾਲ ਭਾਰਤ ਖਿਲਾਫ ਸਰਹੱਦ ਪਾਰ ਝੜਪਾਂ ਵਿੱਚ ਕੀਤਾ ਜਾ ਸਕਦਾ ਹੈ। ਹਾਲਾਂਕਿ ਤਾਲਿਬਾਨ ਲਗਾਤਾਰ ਇਸ ਗੱਲ ਤੇ ਜ਼ੋਰ ਦਿੰਦਾ ਆਇਆ ਹੈ ਕਿ ਉਹ ਇੱਕ ਬਿਹਤਰ ਤਾਲਿਬਾਨ ਹੈ ਤੇ ਹਥਿਆਰ ਅੱਤਵਾਦੀਆਂ ਦੇ ਹੱਥਾਂ ਤੱਕ ਨਾ ਪਹੁੰਚਣ ਇਸ ਦੇ ਲਈ ਜ਼ਰੂਰੀ ਕਦਮ ਚੁੱਕ ਰਿਹਾ ਹੈ। ਦਰਅਸਲ ਅਗਸਤ 2001 ਵਿੱਚ ਅਫਗਾਨਿਸਤਾਨ ਤੋਂ ਜਾਣ ਤੋਂ ਬਾਅਦ ਅਮਰੀਕਾ ਨੇ ਬਹੁਤ ਸਾਰੇ ਹਥਿਆਰ ਉੱਥੇ ਛੱਡ ਦਿੱਤੇ ਸਨ। ਕਾਬੁਲ ਤੇ ਕਬਜ਼ਾ ਕਰਨ ਮਗਰੋਂ ਅਮਰੀਕਾ ਦੇ ਹਥਿਆਰ ਤਾਲਿਬਾਨ ਦੇ ਹੱਥ ਲੱਗ ਗਏ। ਰਿਪੋਰਟਾਂ ਮੁਤਾਬਕ ਅਫਗਾਨ ਡੀਲਰ ਤਾਲਿਬਾਨ ਦੇ ਲੜਾਕਿਆਂ ਤੋਂ ਇਹ ਹਥਿਆਰ ਖਰੀਦ ਕੇ ਪਾਕਿਸਤਾਨ ਅਫਗਾਨ ਸਰਹੱਦ ਤੇ ਖੁੱਲ੍ਹੇਆਮ ਇਹਨਾਂ ਨੂੰ ਵੇਚ ਰਹੇ ਨੇ। ਅਫਗਾਨਿਸਤਾਨ ਤੋਂ ਪਾਕਿਸਤਾਨ ਵਿੱਚ ਫਲ ਤੇ ਸਬਜ਼ੀਆਂ ਲਿਜਾਣ ਵਾਲੇ ਟਰੱਕਾਂ ਵਿੱਚ ਇਹਨਾਂ ਹਥਿਆਰਾਂ ਦੀ ਤਸਕਰੀ ਕੀਤੀ ਜਾਂਦੀ ਹੈ। ਪਾਕਿਸਤਾਨ ਦੇ ਰਸਤੇ ਹੀ ਅਫਗਾਨਿਸਤਾਨ ਤੋਂ ਡਰੱਗਸ ਵੀ ਇੰਟਰਨੈਸ਼ਨਲ ਮਾਰਕੀਟ ਤੱਕ ਪਹੁੰਚਾਏ ਜਾਂਦੇ ਨੇ। ਪਾਕਿਸਤਾਨ ਤੇ ਅਫਗਾਨਿਸਤਾਨ ਦੀ ਲਗਭਗ 2400 ਕਿਲੋਮੀਟਰ ਦੀ ਸਰਹੱਦ ਮਿਲਦੀ ਹੈ, ਜਿੱਥੋਂ ਡਰੱਗਸ ਨੂੰ ਖੈਬਰ ਪਖਤੂਨਖਵਾ ਪਹੁੰਚਾਇਆ ਜਾਂਦਾ ਹੈ। ਇੱਥੋਂ ਡਰੱਗਸ ਲਾਹੌਰ ਦੇ ਫੈਸਲਾਬਾਦ ਲਿਜਾਈ ਜਾਂਦੀ ਹੈ। ਉਸ ਤੋਂ ਬਾਅਦ ਇਹਨਾਂ ਦੀਆਂ ਵੱਡੀਆਂ ਖੇਪਾਂ ਕਰਾਚੀ ਦੇ ਰਸਤੇ ਸਾਊਥ ਏਸ਼ੀਆ ਦੀ ਮਾਰਕੀਟ ਵਿੱਚ ਪਹੁੰਚਦੀਆਂ ਨੇ। ਇਸ ਤਰ੍ਹਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਵਰੁਣ ਕੌਰ ਮਾਨੂ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮਿਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।